Good afternoon, students. In yesterday video, we learned about elements, periodic classification of the elements, compounds, and the two models which were given by two different scientists, Daubigny triads. One was one model, and Newland's octave law. That was the other model. So ਆਪਾਂ ਕੱਲ ਦੋ ਮੋਡਲ ਜਿਹੜੇ ਹੈ ਪੜ੍ਹੇ ਹੈ ਤੇ ਪਲੱਸ ਆਪਾਂ ਐਲੀਮੈਂਟਸ ਕੰਪਾਊਂਡਸ ਮਿਕਸਚਰਸ ਤੇ ਪੀਰੀਓਡਿਕ ਕਲਾਸੀਫਿਕੇਸ਼ਨ ਕੀ ਹੁੰਦੀ ਹੈ ਉਹਦੇ ਬਾਰੇ ਕੱਲ ਪੜ੍ਹਿਆ ਹੈ। तो ਆਪਾਂ ਜਿਹੜੀ ਕੱਲ ਵੀਡੀਓ ਨੂੰ ਲਾਸਟ ਕੀਤਾ ਸੀ ਉਹਦੇ ਵਿੱਚ ਕੁਝ ਕੁਐਸਚਨ ਆਏ ਸੀ ਜਿਵੇਂ ਤੁਸੀਂ ਸਲਾਈਡ ਤੇ ਦੇਖ ਪਾ ਰਹੇ ਹੋ। ਜਿਵੇਂ ਇਸ ਵੀਡੀਓ ਤੁਸੀਂ ਦੇਖ ਪਾਓਗੇ ਤਾਂ ਇਹ ਤਿੰਨ ਕੁਐਸਚਨ ਸੀ ਲਾਸਟ ਦੇ ਵਿੱਚ। ਸੋ ਪਹਿਲਾ ਕੁਐਸਚਨ ਹੈ ਡਿਡ ਡੋਬਿਨਰ triads also exist in the columns of Newland's octave, compare and find out। ਸੋ ਕੀ ਡੋਬਿਨਰ ਦੇ ਜਿਹੜੇ ਟਰਾਇਡ ਸੀ, ਜਿਹੜੇ ਤਿੰਨ ਟਰਾਇਡ ਡੋਬਿਨਰ ਨੇ ਜਿਹੜੇ ਹੈ ਡਿਸਕਵਰ ਕੀਤੇ ਸੀ, ਸੁਜੈਸਟ ਕੀਤੇ ਸੀ ਕਿ ਉਹੀ ਦੇ ਉਹੀ ਨਿਊਲੈਂਡਸ ਆਕਟੇਵ ਦੇ ਵਿੱਚ ਵੀ ਸੀ ਜਾਂ ਨਹੀਂ ਸੀ, ਕਿ ਉਹੀ ਦੇ ਉਹੀ ਤਿੰਨੋਂ। ਸੋ ਆਪਾਂ ਇਸ ਨੂੰ ਇੱਕ ਵਾਰ ਜਿਹੜਾ ਹੈ ਵਾਪਸ ਜਾ ਕੇ ਦੇਖਦੇ ਹਾਂ। ਓਕੇ, ਸੋ ਜੇ ਆਪਾਂ ਦੇਖਾਂਗੇ ਤਾਂ ਡੋਬਿਨਰ ਨੇ ਇਹ ਤਿੰਨ ਟਰਾਇਡਸ ਜਿਹੜੇ ਹੈ ਆਪਾਂ ਨੂੰ ਦਿੱਤੇ ਸੀ। ਸੋ ਥੀਸ 3 ਟਰਾਇਡਸ वर देयर। सो पहला ट्रायड है ਲੀਥੀਅਮ सोडियम पोटैशियम, राइट। सो पहले ਆਪਾਂ ਇਹਨੂੰ ਜਿਹੜਾ ਹੈ ਫਾਈਂਡ ਆਊਟ ਕਰਦੇ ਹਾਂ ਕਿ ਇਹ ਟਰਾਇਡ ਉਹਦੇ ਜਿਹੜਾ ਹੈ ਨਿਊਲੈਂਡਸ ਲਾਅ ਆਫ ਆਕਟੇਵਸ ਦੇ ਵਿੱਚ ਆਇਆ ਸੀ ਜਾਂ ਨਹੀਂ ਆਇਆ ਸੀ। ਓਕੇ, ਸੋ ਲੈਟਸ ਗੋ ਟੂ ਨਿਊਲੈਂਡਸ ਲਾਅ ਆਫ ਆਕਟੇਵਸ। ਸੋ ਜੇ ਇਹਦੇ ਵਿੱਚ ਦੇਖਾਂਗੇ 8 ਗਰੁੱਪਸ हैं अलग अलग। ਤਾਂ 8 ਗਰੁੱਪਸ ਦੇ ਵਿੱਚ ਇੱਕ ਗਰੁੱਪ ਦੇ ਵਿੱਚ ਇਹ ਆਪਾਂ ਨੂੰ ਤਿੰਨੋਂ ਇਕੱਠੇ ਦਿਖ ਰਹੇ ਹਨ, ਲੀਥੀਅਮ ਸੋਡੀਅਮ ਤੇ ਪੋਟੈਸ਼ੀਅਮ। ਸੋ ਦਾ ਆਨਸਰ ਇਜ਼ ਯੈਸ, ਪਹਿਲਾ ਗਰੁੱਪ ਜਿਹੜਾ ਹੈ ਇਹਦੇ ਵਿੱਚ ਸੀ। ਓਕੇ, ਹੁਣ ਆਪਾਂ ਆ ਜਾਂਦੇ ਹਾਂ ਦੂਜੇ ਗਰੁੱਪ ਤੇ। ਸੋ ਜੇ ਆਪਾਂ ਦੂਜੇ ਗਰੁੱਪ ਵੱਲ ਦੇਖਾਂਗੇ, ਸੋ ਦੂਜਾ ਗਰੁੱਪ ਹੈ ਕੈਲਸ਼ੀਅਮ ਸਟ੍ਰੋਂਸ਼ੀਅਮ ਐਂਡ ਬੇਰੀਅਮ। ਓਕੇ, ਸੋ ਦਿਸ ਇਜ਼ ਦ ਸੈਕੰਡ ਗਰੁੱਪ ਵੀ ਆਰ ਟਾਕਿੰਗ ਅਬਾਊਟ, ਕੈਲਸ਼ੀਅਮ ਸਟ੍ਰੋਂਸ਼ੀਅਮ ਐਂਡ ਬੇਰੀਅਮ। ਓਕੇ, ਸੋ ਲੈਟਸ ਸੀ ਕਿ ਇਹ ਤਿੰਨੋਂ ਉਹਦੇ ਵਿੱਚ ਨਿਊਲੈਂਡਸ ਲਾਅ ਆਫ ਆਕਟੇਵ ਵਿੱਚ ਹੈ ਜਾਂ ਨਹੀਂ ਹੈ। ਓਕੇ, ਸੋ ਲੈਟਸ ਮੂਵ ਟੂ ਦ ਨਿਊਲੈਂਡਸ ਵਨ। ਸੋ ਕੈਨ ਯੂ ਫਾਈਂਡ ਆਊਟ, ਤਾਂ ਇਹਦੇ ਵਿੱਚ ਇਸ ਤਰੀਕੇ ਨਾਲ ਇਹ ਟਰਾਈ ਕਰੋ ਫਾਈਂਡ ਆਊਟ ਕਰਨ ਦਾ। ਆਈ ਹੋਪ ਕਿ ਤੁਸੀਂ ਹੁਣ ਤੱਕ ਫਾਈਂਡ ਆਊਟ ਕਰ ਲਿਆ ਹੋਵੇਗਾ। ਸੋ ਤੁਸੀਂ ਇਸ ਨੂੰ ਰਿਪਲਾਈ ਕਰੋ ਕਿ ਇਸ 'ਤੇ ਆਨਸਰ ਤੁਹਾਡਾ ਯੈਸ ਹੈ ਕਿ ਨੋ ਹੈ। ਦੈਨ ਆਪਾਂ ਥਰਡ 'ਤੇ ਆਉਂਦੇ ਹਾਂ, ਦੈਟ ਇਜ਼ ਕਲੋਰੀਨ ਬ੍ਰੋਮੀਨ ਐਂਡ ਆਇਓਡੀਨ। ਕਲੋਰੀਨ ਬ੍ਰੋਮੀਨ ਐਂਡ ਆਇਓਡੀਨ। ਹੁਣ ਆਪਾਂ ਦੇਖਦੇ ਹਾਂ ਨਿਊਲੈਂਡਸ ਦੇ ਵਿੱਚ ਕਿ ਇਹਦੇ ਵਿੱਚ ਤੁਹਾਨੂੰ ਕਿੱਥੇ ਦਿਖ ਰਿਹਾ ਹੈ ਕਲੋਰੀਨ ਬ੍ਰੋਮੀਨ ਐਂਡ ਆਇਓਡੀਨ ਇਕੱਠੇ, ਤਿੰਨੋਂ ਇਕੱਠੇ ਦਿਖਣੇ ਚਾਹੀਦੇ हैं। ਜੇ ਇਕੱਠੇ ਦਿਖ ਰਹੇ हैं ਤਾਂ ਮਤਲਬ ਡੋਬਿਨੀ ਟਰਾਇਡ ਨਿਊਲੈਂਡਸ ਆਕਟੇਵ ਦੇ ਵਿੱਚ ਵੀ ਸੀ ਜਾਂ ਨਹੀਂ ਸੀ। ਸੋ ਇਸ ਆਨਸਰ ਨੂੰ ਜਿਹੜਾ ਹੈ ਤੁਸੀਂ ਇੱਕ ਵਾਰ ਦੁਬਾਰਾ ਫਾਈਂਡ ਆਊਟ ਕਰਨ ਦੀ ਹੁਣ ਕੋਸ਼ਿਸ਼ ਕਰਨਾ। ਹੁਣ ਤੁਹਾਨੂੰ ਹੋਰ ਜਿਹੜਾ ਹੈ ਐਸਾ ਹਿੰਟ ਮਿਲ ਗਿਆ ਹੈ। ਅੱਛਾ, ਨੈਕਸਟ ਕੁਐਸਚਨ ਹੈ ਵਟ ਵਰ ਦ ਲਿਮਿਟੇਸ਼ਨਸ ਆਫ ਡੋਬਿਨਰ ਕਲਾਸੀਫਿਕੇਸ਼ਨ। ਓਕੇ, ਜੇ ਤੁਸੀਂ ਪੈਰਾਗ੍ਰਾਫ ਰੀਡ ਕਰੋਗੇ ਧਿਆਨ ਨਾਲ ਤਾਂ ਇਹ ਪੈਰਾਗ੍ਰਾਫ ਵਿੱਚ ਤੁਹਾਨੂੰ ਇਹਦਾ ਆਨਸਰ ਮਿਲ ਜਾਏਗਾ। ਓਕੇ, you will find that the groups B and C from Daubigny triads. Daubigny could identify only 3 triads from the elements known at that time. Hence, the system of classification into triads was not found to be useful. ਸੋ ਬੇਸਿਕਲੀ ਡੋਬਿਨਰ ਨੇ ਸਿਰਫ ਜਿੰਨੇ ਵੀ ਐਲੀਮੈਂਟਸ ਉਸ ਵੇਲੇ ਡਿਸਕਵਰ ਕੀਤੇ ਜਾ ਚੁੱਕੇ ਸੀ ਉਹਨਾਂ ਵਿੱਚੋਂ 3 ਹੀ ਟਰਾਇਡ ਜਿਹੜੇ ਹੈ ਉਹ ਲੱਭ ਪਾਏ। ਯਾਨੀ ਕਿ 3 ਟਰਾਇਡ ਦਾ ਮਤਲਬ ਹੈ ਟੋਟਲ 9 ਹੀ ਐਲੀਮੈਂਟਸ ਉਹਨਾਂ ਦੇ ਜਿਹੜਾ ਹੈ ਸਿਸਟਮ ਦੇ ਵਿੱਚ ਫਿੱਟ ਹੋ ਪਾਈਆਂ, ਇਸ ਤੋਂ ਜ਼ਿਆਦਾ ਨਹੀਂ। ਸੋ ਇਸ ਕਰਕੇ ਜਿਹੜਾ ਹੈ ਉਹ ਸਿਸਟਮ ਜਿਹੜਾ ਹੈ ਅਡੋਪਟ ਨਹੀਂ ਕੀਤਾ ਗਿਆ, ਉਹਨੂੰ ਨਹੀਂ ਮੰਨਿਆ ਗਿਆ। ਓਕੇ, ਲਿਮਿਟੇਸ਼ਨ ਮਤਲਬ ਉਹਦੇ 'ਚ ਕਮੀਆਂ ਕੀ ਸੀ, ਸੋ ਇਹਦੇ ਵਿੱਚ ਇਹ ਕਮੀਆਂ ਸੀ। ਓਕੇ, ਹੁਣ ਆਪਾਂ ਆਉਂਦੇ ਨੈਕਸਟ ਕੁਐਸਚਨ ਤੇ। ਨੈਕਸਟ ਕੁਐਸਚਨ ਹੈ ਵਟ ਵਰ ਦ ਲਿਮਿਟੇਸ਼ਨਸ ਆਫ ਨਿਊਲੈਂਡਸ ਆਕਟੇਵ ਲਾਜ਼, ਆਕਟੇਵ ਲਾਅ ਆਫ ਆਕਟੇਵਸ। ਓਕੇ, ਸੋ ਇਹਦੇ ਵਿੱਚ ਜੇ ਤੁਸੀਂ ਇਸ ਜਸਟ ਉੱਪਰ ਦੇਖੋਗੇ ਇਹ 3 ਪੈਰਾਗ੍ਰਾਫ ਦੇ ਵਿੱਚ ਤੁਹਾਨੂੰ ਇਹਦਾ ਜਿਹੜਾ ਹੈ ਆਨਸਰ ਮਿਲ ਜਾਏਗਾ। ਸੋ ਥੀਸ 3 ਪੈਰਾਗ੍ਰਾਫਸ ਹੋਲਡ ਦੀ ਆਨਸਰ ਫॉर ਦਿਸ ਕੁਐਸਚਨ। ਓਕੇ, ਸੋ ਪਹਿਲਾ ਪੈਰਾਗ੍ਰਾਫ ਜਿਹੜਾ ਹੈ ਉਹ ਆਪਾਂ ਨੂੰ ਜਿਹੜਾ ਹੈ ਦੱਸਦਾ ਹੈ ਕਿ ਜਿਹੜੀ ਇਹਨਾਂ ਦੀ ਬੇਸਿਕ ਸੀ ਕਿ ਹਰ 8ਵਾਂ ਐਲੀਮੈਂਟ ਜਿਹੜਾ ਹੈ ਉਹ ਆਪਣੀ ਪ੍ਰੋਪਰਟੀ ਜਿਹੜਾ ਹੈ ਪਹਿਲੇ ਨਾਲ ਮੈਚ ਕਰੇਗਾ, ਯਾਨੀ ਹਰ 8ਵੇਂ ਤੋਂ ਬਾਅਦ ਪ੍ਰੋਪਰਟੀਜ਼ ਰਿਪੀਟ ਹੋਣਗੀਆਂ। ਇਹ ਜਿਹੜਾ ਲਾਅ ਹੈ ਸਿਰਫ ਕੈਲਸ਼ੀਅਮ ਤੱਕ ਹੀ ਐਪਲੀਕੇਬਲ ਹੋਇਆ, ਕੈਲਸ਼ੀਅਮ ਤੋਂ ਬਾਅਦ ਵਾਲੀਆਂ ਜਿੰਨੀਆਂ ਵੀ ਐਲੀਮੈਂਟ ਸੀ ਉਹਨਾਂ 'ਤੇ ਇਹ ਚੀਜ਼ ਜਿਹੜੀ ਐਪਲੀਕੇਬਲ ਨਹੀਂ ਹੋਈ। ਸੋ ਇਹ ਜਿਹੜਾ ਹੈ ਉਹਨਾਂ ਦਾ ਪਹਿਲਾ ਡਰਾਬੈਕ ਸੀ, ਰਾਈਟ। ਦੂਜਾ ਡਰਾਬੈਕ ਕੀ ਸੀ, it was assumed by Newland that only 56 elements existed in the nature। ਤਾਂ ਨੇਚਰ ਦੇ ਵਿੱਚ ਉਸ ਵੇਲੇ ਤੱਕ ਸਿਰਫ 56 ਐਲੀਮੈਂਟਸ ਹੀ ਲੱਭੇ ਜਾ ਚੁੱਕੇ ਸੀ ਜੋ ਅੱਜ ਦੀ ਡੇਟ ਦੇ ਵਿੱਚ 118 ਹੈ।
ਓਕੇ 118। ਸੋ ਨਿਊਲੈਂਡ ਨੇ ਕਿਹਾ ਕਿ 56 ਹੈ ਤੇ ਇਸ ਤੋਂ ਬਾਅਦ ਲੱਭੇ ਜਾਣ ਦੀ ਸੰਭਾਵਨਾ ਹੋਰ ਨਹੀਂ ਹੈ। ਸੋ ਇਹ ਜਿਹੜਾ ਹੈ ਇੱਕ ਬਿਗੇਸਟ ਚੈਲੰਜ ਸੀ, ਕਿਉਂਕਿ ਉਹਨਾਂ ਨੇ ਫਿਊਚਰ ਦੇ ਵਿੱਚ ਲੱਭੀਆਂ ਜਾਣ ਵਾਲੀਆਂ ਐਲੀਮੈਂਟਸ ਬਾਰੇ ਨਹੀਂ ਸੋਚਿਆ। ਓਕੇ, ਸੋ ਦਿਸ ਵਾਜ਼ ਅ ਸੈਕੰਡ ਡਰਾਬੈਕ। ਹੁਣ ਥਰਡ ਡਰਾਬੈਕ 'ਤੇ ਆਉਂਦੇ ਹਾਂ ਆਪਾਂ। ਥਰਡ ਡਰਾਬੈਕ ਕੀ ਕਹਿੰਦਾ ਆਪਾਂ ਨੂੰ, ਇਨ ਆਰਡਰ ਟੂ ਫਿਟ ਦ ਐਲੀਮੈਂਟਸ ਇਨਟੂ ਦਿਸ ਟੇਬਲ, Newlands adjusted two elements in the same slot but also put some unlike elements under the same node. Can you find the example of these from table 5.3? Note that cobalt and nickel are in the same slot and these are placed in the same column as fluorine, chlorine, bromine, and which have very different properties than these elements. Okay, so basically ਜੋ ਸੀ ਉਹਨਾਂ ਨੇ ਅਟੋਮਿਕ ਮਾਸ ਦੇ ਬੇਸਿਸ 'ਤੇ ਸਿਰਫ ਉਹਨਾਂ ਦੇ ਗਰੁੱਪਸ ਤਾਂ ਬਣਾਤੇ, ਪਰ ਜਦੋਂ ਉਹਨਾਂ ਨੇ ਜਦੋਂ ਆਪਾਂ ਇਹਨੂੰ ਫਰਦਰ ਸਟੱਡੀ ਕਰਦੇ ਹਾਂ ਤਾਂ ਆਪਾਂ ਨੂੰ ਜਿਹੜਾ ਹੈ ਫਾਈਂਡ ਆਊਟ ਕਰਦੇ ਹਾਂ ਕਿ ਗਰੁੱਪਸ ਤਾਂ ਉਹਨਾਂ ਨੇ ਬਣਾਤੇ ਇਸ ਅਕੋਰਡਿੰਗ। ਜੇ ਤੁਸੀਂ ਦੇਖੋਗੇ ਇਹ ਗਰੁੱਪਸ ਉਹਨਾਂ ਨੇ ਬਣਾਤੇ, ਫਰਸਟ ਗਰੁੱਪ ਰਾਈਟ, ਦੈਨ ਇਵੇਂ ਸੈਕੰਡ ਗਰੁੱਪ, ਥਰਡ ਗਰੁੱਪ, ਤੇ 8 ਗਰੁੱਪ ਟੋਟਲ ਬਣਾਤੇ। ਪਰ ਇਹਨਾਂ ਦੇ ਵਿੱਚ ਸੇਮ ਗਰੁੱਪ ਦੇ ਵਿੱਚ ਅਟੋਮਿਕ ਮਾਸ ਦੇ ਬੇਸਿਸ 'ਤੇ ਤਾਂ ਉਹਨਾਂ ਨੇ ਰੱਖਦਾ ਕਿ ਜਿਹਨੂੰ ਆਪਾਂ ਕਹਿੰਦੇ ਹਾਂ ਨਾ ਅਸੈਂਡਿੰਗ ਆਰਡਰ, ਵੱਧਦੇ ਕ੍ਰਮ ਦੇ ਵਿੱਚ ਲਿਖੋ। ਸੋ ਅਟੋਮਿਕ ਮਾਸ ਜਿਵੇਂ ਜਿਵੇਂ ਵੱਧਦਾ ਜਾ ਰਿਹਾ ਸੀ ਇਹਨਾਂ ਨੇ ਜਿਹੜਾ ਹੈ ਉਵੇਂ ਉਵੇਂ ਉਸ ਨੂੰ ਅਲੱਗ-ਅਲੱਗ ਗਰੁੱਪ ਦੇ ਵਿੱਚ ਪਾਉਣਾ ਸਟਾਰਟ ਕਰਤਾ। ਓਕੇ, ਬਟ ਸਾਰੇ ਇੱਕੋ ਗਰੁੱਪ ਦੇ ਵਿੱਚ ਆਉਣ ਵਾਲੇ ਐਲੀਮੈਂਟਸ ਦੀਆਂ ਪ੍ਰੋਪਰਟੀਜ਼ ਆਪਸ ਵਿੱਚ ਨਹੀਂ ਮਿਲਦੀਆਂ ਸੀ, ਜਿਵੇਂ ਉਹਨਾਂ ਨੇ ਐਗਜ਼ਾਮਪਲ ਦਿੱਤਾ ਹੈ ਇਹਨਾਂ ਤਿੰਨਾਂ ਦਾ। ਸੋ ਜੇ ਤੁਸੀਂ ਦੇਖੋਗੇ ਫਲੋਰੀਨ, ਕਲੋਰੀਨ, ਕੋਬਲਟ ਐਂਡ ਨਿਕਲ, ਇਹ ਤਿੰਨੋਂ ਇੱਕੋ ਇਹਦੇ ਵਿੱਚ ਦਿੱਤੀਆਂ ਹੈ, ਪਰ ਇਹਨਾਂ ਚਾਰਾਂ ਨੂੰ ਇੱਕੋ ਗਰੁੱਪ ਵਿੱਚ ਇਹਨਾਂ ਨੇ ਪਾਇਆ, ਪਰ ਚਾਰਾਂ ਦੀਆਂ ਪ੍ਰੋਪਰਟੀਜ਼ ਆਪਸ ਵਿੱਚ ਨਹੀਂ ਮਿਲਦੀਆਂ। ਇਹਨਾਂ ਦੀ ਖਾਸੀਅਤ ਜਿਹੜੀਆਂ ਹੈ ਬੜੀਆਂ ਅਲੱਗ-ਅਲੱਗ ਹੈ, ਜੋ ਆਪਾਂ ਫਿਊਚਰ ਦੇ ਵਿੱਚ ਜਿਹੜਾ ਹੈ ਹੋਰ ਡਿਟੇਲ ਵਿੱਚ ਜਾਵਾਂਗੇ ਰਾਈਟ। ਸੋ ਇਹ ਕਿਹਨਾਂ ਦੀ ਲਿਮਿਟੇਸ਼ਨ ਸੀ? ਸੋ ਬੇਸਿਕਲੀ ਇਹਨਾਂ ਦੀਆਂ 3 ਲਿਮਿਟੇਸ਼ਨ ਸੀ। ਪਹਿਲੀ ਲਿਮਿਟੇਸ਼ਨ ਕਿ ਜਿਹੜਾ ਇਹ ਲਾਅ ਹੈ ਆਕਟੇਵਸ ਵਾਲਾ, ਉਹ ਕੈਲਸ਼ੀਅਮ ਤੋਂ ਬਾਅਦ ਅੱਗੇ ਵਾਲੇ ਐਲੀਮੈਂਟਸ 'ਤੇ ਐਪਲੀਕੇਬਲ ਨਹੀਂ ਹੋਇਆ ਕਿਉਂਕਿ ਉਹਨਾਂ ਦੀਆਂ ਪ੍ਰੋਪਰਟੀਜ਼ ਵੱਖਰੀਆਂ ਹੋ ਗਈਆਂ। ਦੂਜਾ, ਉਹਨਾਂ ਨੇ ਕਿਹਾ ਕਿ ਅਜੇ ਤੱਕ ਸਿਰਫ 56 ਐਲੀਮੈਂਟਸ ਜਿਹੜੀਆਂ ਲੱਭੀਆਂ ਗਈਆਂ ਹੈ ਅਤੇ ਉਹਨਾਂ ਨੇ ਫਿਊਚਰ ਪ੍ਰੈਡਿਕਟ ਨਹੀਂ ਕੀਤਾ ਕਿ ਹੋਰ ਵੀ ਐਲੀਮੈਂਟਸ ਲੱਭੀਆਂ ਜਾ ਸਕਦੀਆਂ ਹੈ। ਦੈਨ ਜਿਹੜਾ ਤੀਜਾ ਹੈ ਉਹ ਇਹ ਹੈ ਕਿ ਉਹਨਾਂ ਨੇ ਜਿਹੜਾ ਹੈ ਇੱਕੋ ਗਰੁੱਪ ਦੇ ਵਿੱਚ ਕੁਝ ਇਹੋ ਜਿਹੇ ਐਲੀਮੈਂਟਸ ਰੱਖਤੇ ਜਿਨ੍ਹਾਂ ਦੇ ਅਟੋਮਿਕ ਮਾਸ ਦੇ ਅਕੋਰਡਿੰਗ ਤਾਂ ਉਹ ਠੀਕ ਰੱਖੇ ਸੀ, ਪਰ ਉਹਨਾਂ ਦੀ ਖਾਸੀਅਤ ਆਪਸ ਵਿੱਚ ਨਹੀਂ ਮਿਲਦੀ ਸੀ, ਤਾਂ ਉਹ ਸੇਮ ਗਰੁੱਪ ਦੇ ਵਿੱਚ ਆਉਣੇ ਹੀ ਨਹੀਂ ਚਾਹੀਦੇ ਸੀ। ਓਕੇ, ਸੋ 3 ਲਿਮਿਟੇਸ਼ਨ ਜਿਹੜੀਆਂ ਹੈ ਨਿਊਲੈਂਡ ਮਾਡਲ ਦੀਆਂ ਹੋ ਗਈਆਂ। ਤਾਂ ਇਹਨਾਂ ਨੂੰ ਤੁਸੀਂ ਆਪਣੇ ਵਰਡਸ ਦੇ ਵਿੱਚ ਇੱਕ ਵਾਰ ਹੁਣ ਲਿਖਣ ਦਾ ਟਰਾਈ ਕਰੋ। ਓਕੇ, ਹੁਣ ਆਪਾਂ ਇਹਨੂੰ ਅੱਗੇ ਫਰਦਰ ਸਟੱਡੀ ਕਰਦੇ ਹਾਂ। ਸੋ ਨੈਕਸਟ ਹੈ ਕਿ ਮੈਂਡਲੀਵ ਦੀ ਜਿਹੜੀ ਪੀਰੀਓਡਿਕ ਟੇਬਲ ਹੈ ਉਹ ਕਿਵੇਂ ਐਗਜ਼ਿਸਟੈਂਸ ਵਿੱਚ ਆਈ। ਓਕੇ, ਸੋ ਇਹਨਾਂ ਦੋਨੋਂ ਮਾਡਲਸ ਤੋਂ ਬਾਅਦ ਡੋਬੀਨੀਅਰ ਟਰਾਇਡਸ ਅਤੇ ਨਿਊਲੈਂਡਸ ਲਾਅ ਆਫ ਆਕਟੇਵਸ ਤੋਂ ਬਾਅਦ ਜਿਹੜਾ ਹੈ ਸਾਇੰਟਿਸਟ ਨੂੰ ਹੋਰ ਕਿਉਰਿਓਸਿਟੀ ਹੋ ਗਈ। ਕੈਮਿਸਟ ਜਿਹੜੇ ਸੀ ਉਹਨਾਂ ਨੂੰ ਕੈਮਿਸਟ ਵੀ ਕਿਹਾ ਜਾਂਦਾ ਸੀ ਉਸ ਵੇਲੇ, ਜਿਹੜੇ ਕੈਮਿਸਟਰੀ ਪੜ੍ਹਦੇ ਸੀ, ਹੁਣ ਵੀ ਕਿਹਾ ਜਾਂਦਾ ਹੈ, ਬਟ ਸਾਇੰਟਿਸਟ ਵੀ ਇੱਕ ਵਰਡ ਯੂਜ਼ ਹੁੰਦਾ ਹੈ ਜਿਹੜੇ ਓਵਰਆਲ ਸਾਇੰਸ ਪੜ੍ਹਦੇ ਆ। ਸੋ ਜਿਹੜੇ ਉਸ ਵੇਲੇ ਦੇ ਕੈਮਿਸਟ ਸੀ ਉਹਨਾਂ ਨੇ ਸਟੱਡੀ ਕਰਨਾ ਫਰਦਰ ਸਟਾਰਟ ਕਰਤਾ। ਉਹਨਾਂ ਦਾ ਇੰਟਰਸਟ ਹੋ ਗਿਆ ਕਿ ਇਹ 2 ਮਾਡਲ ਜਿਹੜੇ ਹੈ ਕੀਤੇ ਆ ਤਾਂ ਕਿਉਂ ਨਾ ਆਪਾਂ ਇਸੇ ਚੀਜ਼ ਨੂੰ ਹੋਰ ਜਿਹੜਾ ਫਰਦਰ ਲੈ ਕੇ ਜਾਈਏ। ਸੋ ਉਹਨਾਂ ਵਿੱਚੋਂ ਇੱਕ ਜਿਹੜੇ ਹੈ ਸਾਇੰਟਿਸਟ ਸੀ, ਓਕੇ, ਇਹਨਾਂ ਦਾ ਨਾਮ ਸੀ ਦਮਿਤਰੀ ਇਵਾਨੋਵਿਚ ਮੈਂਡਲੀਵ। ਸੋ ਇਹ ਇੱਕ ਰਸ਼ੀਅਨ ਜਿਹੜੇ ਹੈ ਕੈਮਿਸਟ ਸੀ, ਸਾਈਬੇਰੀਆ ਤੋਂ ਸੀ, ਟੋਬੋਲਸਕ ਵਿੱਚ ਰਹਿੰਦੇ ਸੀ, ਸਾਈਬੇਰੀਆ ਰਸ਼ੀਆ ਵਿੱਚ। ਓਕੇ, ਸੋ ਇਹਨਾਂ ਨੇ ਜਿਹੜਾ ਹੈ ਸਭ ਤੋਂ ਇੰਪੋਰਟੈਂਟ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਰੋਲ ਪਲੇ ਕੀਤਾ, ਜਿਹੜੀ ਅੱਜ ਆਪਾਂ ਪੀਰੀਓਡਿਕ ਟੇਬਲ ਪੜ੍ਹਦੇ ਹਾਂ ਉਹਦਾ ਬੇਸ ਜਿਹੜਾ ਹੈ ਇਹਨਾਂ ਨੇ ਦਿੱਤਾ। ਸੋ ਇਹਨਾਂ ਨੇ ਬੇਸ ਕਿਵੇਂ ਦਿੱਤਾ, ਕੀ ਕੀਤਾ, ਉਹਨੂੰ ਆਪਾਂ ਸਟੱਡੀ ਕਰਦੇ ਹਾਂ। ਓਕੇ, ਸੋ ਲੈਟਸ ਮੂਵ ਅ ਬਿਟ ਡਾਊਨ ਹੇਅਰ। ਜਦੋਂ ਮੈਂਡਲੀਵ ਨੇ ਕੰਮ ਸਟਾਰਟ ਕੀਤਾ ਤਾਂ ਉਸ ਵੇਲੇ ਤੱਕ 63 ਐਲੀਮੈਂਟ ਲੱਭੇ ਜਾ ਚੁੱਕੇ ਸੀ, 63 ਐਲੀਮੈਂਟਸ। ਸੋ ਵੈਨ ਮੈਂਡਲੀਵ ਸਟਾਰਟਡ ਹਿਜ਼ ਵਰਕ 63 ਐਲੀਮੈਂਟਸ ਵਰ ਨੋਨ। He examined the relationship between the atomic masses of the elements and their physical and chemical properties. ਹੁਣ ਇਹ ਜੇ ਤੁਸੀਂ ਦੇਖੋਗੇ this is the different thing, right? ਸੋ ਇਹ ਜਿਹੜੇ ਪਹਿਲੀਆਂ 3 ਲਾਈਨਾਂ ਤੁਸੀਂ ਪੜ੍ਹ ਰਹੇ ਹੋ, 2 ਲਾਈਨਾਂ 3 ਲਾਈਨਾਂ, ਇਹਨਾਂ ਦੇ ਵਿੱਚ ਹੀ ਤੁਹਾਨੂੰ ਬਹੁਤ ਸਾਰੇ ਆਨਸਰ ਮਿਲ ਜਾਂਦੇ ਆ। ਹੁਣ ਕੀ ਡਿਫਰੈਂਸ ਸੀ? ਜਿਹੜੇ ਪਹਿਲੇ 2 ਮਾਡਲ ਸੀ ਉਹਨਾਂ ਨੇ ਸਿਰਫ ਅਟੋਮਿਕ ਜਿਹੜਾ ਹੈ ਮਾਸ ਲਿਆ ਸੀ। ਜਿਵੇਂ ਮੰਨ ਲਓ ਤੁਸੀਂ ਕਲਾਸ ਦੇ ਵਿੱਚ ਸਾਰੇ ਬੱਚੇ ਹੋ, ਕਿਸੇ ਦਾ weight ਹੈ 30 ਕਿਲੋ, ਕਿਸੇ ਦਾ 32 ਕਿਲੋ, ਕਿਸੇ ਦਾ 35 ਕਿਲੋ, ਕਿਸੇ ਦਾ 34 ਕਿਲੋ, ਤਾਂ ਆਪਾਂ ਸਭ ਨੂੰ ਕਹਿ ਦਈਏ ਕਿ ਅਸੈਂਡਿੰਗ ਆਰਡਰ ਦੇ ਵਿੱਚ ਤੁਸੀਂ ਖੜੇ ਹੋ ਜਾਓ। ਤਾਂ ਪਹਿਲੇ ਬੱਚਾ ਆਏਗਾ 30 ਕਿਲੋ ਵਾਲਾ, ਫਿਰ 32 ਵਾਲਾ, ਫਿਰ 34 ਕਿਲੋ ਵਾਲਾ, ਫਿਰ 35 ਕਿਲੋ ਵਾਲਾ। ਇਸ ਤਰੀਕੇ ਨਾਲ ਤੁਸੀਂ ਅਸੈਂਡਿੰਗ ਆਰਡਰ ਦੇ ਵਿੱਚ ਖੜੇ ਹੋ ਜਾਓਗੇ। ਸੋ ਪਹਿਲੇ ਉਹਨਾਂ ਨੇ ਸਿਰਫ ਵੇਟ ਦੇ ਤੌਰ 'ਤੇ ਜਾਂ ਆਪਾਂ ਕਹਿ ਸਕਦੇ ਹਾਂ ਮਾਸ ਦੇ ਤੌਰ 'ਤੇ, ਦੋਵਾਂ 'ਚ ਫਰਕ ਹੁੰਦਾ ਵੇਟ ਅਤੇ ਮਾਸ 'ਚ, ਬਟ ਫਿਲਹਾਲ ਆਪਾਂ ਉਹਨੂੰ ਸੇਮ ਕੰਸੀਡਰ ਕਰਕੇ ਚੱਲ ਰਹੇ ਹਾਂ, ਸਿਮਿਲਰ। ਸੋ ਉਹਨਾਂ ਨੇ ਕਿਹਾ ਕਿ ਲਾਈਨ 'ਚ ਖੜੇ ਹੋ ਜਾਓ, ਜਿਵੇਂ ਬੱਚਿਆਂ ਨੂੰ ਆਪਾਂ ਕਹਿ ਦਈਏ ਕਿ ਤੁਸੀਂ ਹਾਈਟ ਵਾਈਜ਼ ਲਾਈਨ 'ਚ ਖੜੇ ਹੋ ਜਾਓ ਜਾਂ ਵੇਟ ਵਾਈਜ਼ ਲਾਈਨ 'ਚ ਖੜੇ ਹੋ ਜਾਓ। ਇਸ ਤਰੀਕੇ ਨਾਲ ਉਹਨਾਂ ਨੇ ਐਲੀਮੈਂਟਸ ਨੂੰ ਲਾਈਨ 'ਚ ਖੜਾ ਕਰਤਾ, ਸਿਰਫ ਉਹਨਾਂ ਦੇ ਮਾਸ ਦੇ ਅਕੋਰਡਿੰਗ, ਉਹਨਾਂ ਦੇ ਵੇਟ ਦੇ ਅਕੋਰਡਿੰਗ। ਓਕੇ, ਪਰ ਹੁਣ ਇਹ ਵੀ ਤਾਂ ਹੋ ਸਕਦਾ ਹੁਣ ਲਾਈਨ ਦੇ ਵਿੱਚ ਪਹਿਲਾ ਬੱਚਾ ਜਿਹੜਾ ਖੜਾ ਹੈ ਉਹਦੀਆਂ ਆਦਤਾਂ 7ਵੇਂ ਬੱਚੇ ਨਾਲ ਮਿਲਦੀਆਂ ਹੋਣ ਜਾਂ 12ਵੇਂ ਬੱਚੇ ਨਾਲ ਮਿਲਦੀਆਂ ਹੋਣ, ਤਾਂ ਉਹਨਾਂ ਦਾ ਵੀ ਤਾਂ ਆਪਾਂ ਇੱਕ ਅਲੱਗ ਗਰੁੱਪ ਬਣਾ ਸਕਦੇ ਹਾਂ। ਤਾਂ ਉਹਨਾਂ ਨੇ ਖਾਸੀਅਤ 'ਤੇ ਧਿਆਨ ਦੇ ਦਿੱਤਾ, ਉਹਨਾਂ ਨੇ ਸਿਰਫ ਅਤੇ ਸਿਰਫ ਮਾਸ 'ਤੇ ਧਿਆਨ ਦਿੱਤਾ, ਵੇਟ 'ਤੇ ਧਿਆਨ ਦਿੱਤਾ।
ਹੁਣ ਮੈਂਡਲੀਵ ਨੇ ਬੜੀ ਇੰਪੋਰਟੈਂਟ ਚੀਜ਼ ਇੱਥੇ ਕਹੀ ਕਿ ਅਟੋਮਿਕ ਮਾਸ ਤਾਂ ਆਪਾਂ ਕੰਸੀਡਰ ਕਰਨਾ ਹੀ ਹੈ ਜਿਵੇਂ ਪਹਿਲੇ ਵਾਲੇ ਦੋਨੋਂ ਮਾਡਲ 'ਚ ਕੀਤਾ ਹੈ, ਪਰ ਉਹਦੇ ਨਾਲ ਨਾਲ ਆਪਾਂ ਹੋਰ ਕੀ ਕੰਸੀਡਰ ਕਰਨਾ ਹੈ, ਉਹਦੇ ਨਾਲ ਨਾਲ ਆਪਾਂ ਕੰਸੀਡਰ ਕਰਨਾ ਉਹਨਾਂ ਦੀਆਂ ਪ੍ਰੋਪਰਟੀਜ਼, ਉਹਨਾਂ ਦੀਆਂ ਖਾਸੀਅਤ, ਉਹਨਾਂ ਦੀਆਂ ਫਿਜ਼ੀਕਲ ਪ੍ਰੋਪਰਟੀਜ਼ ਕੀ ਹੈ ਅਤੇ ਉਹਨਾਂ ਦੀਆਂ ਕੈਮੀਕਲ ਪ੍ਰੋਪਰਟੀਜ਼ ਕੀ ਹੈ। ਇਹਨਾਂ ਦੋ 'ਤੇ ਉਹਨਾਂ ਨੇ ਫੋਕਸ ਕੀਤਾ ਅਲੋਂਗ ਵਿਦ ਅਟੋਮਿਕ ਮਾਸ। ਤਾਂ ਇਸ ਤਰੀਕੇ ਨਾਲ ਉਹਨਾਂ ਨੇ ਆਪਣੀ ਪੀਰੀਓਡਿਕ ਟੇਬਲ ਜਿਹੜੀ ਹੈ ਅੱਗੇ ਬਣਾਉਣ ਦੀ ਕੋਸ਼ਿਸ਼ ਕੀਤੀ। ਓਕੇ, ਹੁਣ ਇਹਨੂੰ ਫਰਦਰ ਪੜ੍ਹਦੇ ਹਾਂ ਆਪਾਂ। Mendeleev concentrated on compounds formed by elements with ਆਕਸੀਜਨ ਐਂਡ ਹਾਈਡਰੋਜਨ। ਤਾਂ ਉਹਨਾਂ ਨੇ ਦੋ ਚੀਜ਼ਾਂ ਜਿਹੜਾ ਹੈ ਇਸ 'ਤੇ ਕੈਮੀਕਲ ਪ੍ਰੋਪਰਟੀਜ਼ ਨੂੰ ਸਟੱਡੀ ਕਰਨ ਲਈ ਦੋ ਚੀਜ਼ਾਂ 'ਤੇ ਫੋਕਸ ਕੀਤਾ ਕਿ ਕੋਈ ਵੀ ਐਲੀਮੈਂਟ ਹੈ ਤਾਂ ਉਹ ਆਕਸੀਜਨ ਅਤੇ ਹਾਈਡਰੋਜਨ ਨਾਲ ਕਿਵੇਂ ਰਿਐਕਸ਼ਨ ਕਰਦੀ ਹੈ, ਉਹਨੂੰ ਉਹਨਾਂ ਨੇ ਜਿਹੜਾ ਹੈ ਬੇਸ ਬਣਾਇਆ। ਹੀ ਸਿਲੈਕਟਡ ਹਾਈਡਰੋਜਨ ਐਂਡ ਆਕਸੀਜਨ ਐਜ਼ ਦੇ ਆਰ ਵੈਰੀ ਰਿਐਕਟਿਵ ਐਂਡ ਫੋਰਮਡ ਕੰਪਾਊਂਡਸ ਵਿਦ ਮੋਸਟ ਐਲੀਮੈਂਟਸ। ਤਾਂ ਸਿਰਫ ਆਕਸੀਜਨ ਅਤੇ ਹਾਈਡਰੋਜਨ ਹੀ ਕਿਉਂ ਲਏ ਉਹਨਾਂ ਨੇ, ਕਿਉਂਕਿ ਆਕਸੀਜਨ ਅਤੇ ਹਾਈਡਰੋਜਨ ਜਿਹੜੇ ਹੈ ਬਹੁਤ ਰਿਐਕਟਿਵ ਮਤਲਬ ਜਿਹੜੇ ਬਹੁਤ ਛੇਤੀ ਰਿਐਕਸ਼ਨ ਕਰ ਜਾਣ ਕਿਸੇ ਵੀ ਹੋਰ ਐਲੀਮੈਂਟ ਦੇ ਨਾਲ। ਤਾਂ ਬਹੁਤ ਹਾਈਲੀ ਰਿਐਕਟਿਵ ਦੋਨੋਂ ਚੀਜ਼ਾਂ ਸੀ, ਦੋਨੋਂ ਐਲੀਮੈਂਟ ਸੀ। ਤਾਂ ਉਹਨਾਂ ਨੇ ਇਹਨਾਂ ਦੋ ਐਲੀਮੈਂਟਸ ਨੂੰ ਸਿਲੈਕਟ ਕੀਤਾ ਕਿ ਇਹਨਾਂ ਦੋ ਐਲੀਮੈਂਟਸ ਨਾਲ ਆਕਸੀਜਨ ਅਤੇ ਹਾਈਡਰੋਜਨ ਨਾਲ ਬਾਕੀ ਐਲੀਮੈਂਟਸ ਕਿਵੇਂ ਰਿਐਕਟ ਕਰਦੀਆਂ, ਪਲੱਸ ਐਲੀਮੈਂਟਸ ਦੇ ਐਟੋਮਿਕ ਮਾਸ, ਇਹਨਾਂ ਦੋ ਚੀਜ਼ਾਂ ਨੂੰ ਉਹਨਾਂ ਨੇ ਬੇਸ ਮੰਨਿਆ। ਪਲੱਸ ਉਹਨਾਂ ਦੀਆਂ ਫਿਜ਼ੀਕਲ ਪ੍ਰੋਪਰਟੀਜ਼, ਮਤਲਬ ਉਹ ਦੇਖਣ ਵਿੱਚ ਕਿਹੋ ਜਿਹੀਆਂ ਹੈ, ਕਿ ਉਹ ਪਿਘਲ ਸਕਦੀਆਂ ਹੈ, ਨਹੀਂ ਪਿਘਲ ਸਕਦੀਆਂ, ਕਿ ਉਹਨਾਂ ਦੀਆਂ ਤਾਰਾਂ ਬਣ ਸਕਦੀਆਂ ਹੈ, ਅਲੱਗ-ਅਲੱਗ ਤਰ੍ਹਾਂ ਦੀਆਂ ਫਿਜ਼ੀਕਲ ਪ੍ਰੋਪਰਟੀਜ਼, ਰਾਈਟ। ਸੋ ਇਹਨਾਂ ਤਿੰਨੋਂ ਚੀਜ਼ਾਂ ਨੂੰ ਉਹਨਾਂ ਨੇ ਮਿਲਾ ਕੇ ਆਪਣੀ ਇੱਕ ਪੀਰੀਓਡਿਕ ਟੇਬਲ ਜਿਹੜੀ ਹੈ ਬਣਾਉਣੀ ਸਟਾਰਟ ਕੀਤੀ। ਉਹਨਾਂ ਨੇ ਕੀ ਕੀਤਾ ਕਿ ਹਰੇਕ ਐਲੀਮੈਂਟ ਦਾ, ਹੁਣ ਮੰਨ ਲਓ ਆਪਾਂ ਐਲੀਮੈਂਟ ਲੈ ਲਈਏ ਹਾਈਡਰੋਜਨ, ਉਹਨਾਂ ਨੇ ਇੱਕ ਕਾਰਡ ਬਣਾ ਲਿਆ, ਜਿਵੇਂ ਫਲੈਸ਼ ਕਾਰਡਸ ਹੁੰਦੇ, ਇੱਕ ਕਾਰਡ ਬਣਾ ਲਿਆ, ਇੱਕ ਕਾਗਜ਼ 'ਤੇ ਲਿਖ ਲਿਆ ਹਾਈਡਰੋਜਨ, ਪਲੱਸ ਉਹਦੀਆਂ ਸਾਰੀਆਂ ਖਾਸੀਅਤ ਲਿਖ ਲਈਆਂ ਵੀ ਇਹਦੀਆਂ ਕੀ ਕੀ ਖਾਸੀਅਤ ਹੈ, ਪਲੱਸ ਉਹਦਾ ਅਟੋਮਿਕ ਮਾਸ ਲਿਖ ਲਿਆ। ਓਕੇ, ਸੋ ਉਹਨਾਂ ਨੇ ਤਿੰਨ ਚੀਜ਼ਾਂ ਲਿਖੀਆਂ ਉਸ 'ਤੇ। ਪਹਿਲੇ ਤਾਂ ਉਹਦਾ ਅਟੋਮਿਕ ਮਾਸ, ਵੀ ਹਾਈਡਰੋਜਨ ਦਾ ਅਟੋਮਿਕ ਮਾਸ ਕਿੰਨਾ ਹੁੰਦਾ। ਦੂਜਾ ਉਸ ਕਾਰਡ 'ਤੇ ਲਿਖ ਲਿਆ ਕਿ ਉਹਦੀਆਂ ਫਿਜ਼ੀਕਲ ਪ੍ਰੋਪਰਟੀਜ਼ ਦੇਖਣ ਵਾਲੀਆਂ ਜਾਂ ਹੋਰ ਜਿਹੜੀਆਂ ਫਿਜ਼ੀਕਲ ਪ੍ਰੋਪਰਟੀਜ਼ ਕਿਹੋ ਜਿਹੀਆਂ ਹੈ, ਪਲੱਸ ਕੈਮੀਕਲ ਪ੍ਰੋਪਰਟੀਜ਼ ਕਿਹੋ ਜਿਹੀਆਂ, ਕਿਸੇ ਨਾਲ ਰਿਐਕਟ ਕਰਨ ਨਾਲ ਕੀ ਬਣਦਾ ਉਹਦਾ। ਓਕੇ, ਸੋ ਇਹ ਤਿੰਨ ਚੀਜ਼ਾਂ ਉਹਨਾਂ ਨੇ ਹਰੇਕ ਐਲੀਮੈਂਟ ਲਈ ਅਲੱਗ-ਅਲੱਗ ਕਾਰਡ ਬਣਾ ਲਏ, ਕਾਗਜ਼ ਦੇ ਟੁਕੜਿਆਂ 'ਤੇ ਲਿਖ ਲਈਆਂ। ਫਿਰ ਉਹਨਾਂ ਨੇ ਕਾਗਜ਼ ਦੇ ਟੁਕੜਿਆਂ ਨੂੰ ਉਹਨਾਂ ਨੇ ਦੀਵਾਰ 'ਤੇ ਜਿਹੜਾ ਹੈ ਲਗਾਉਣਾ ਸਟਾਰਟ ਕਰਤਾ। ਅਤੇ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਪਹਿਲੇ ਤਾਂ ਅਟੋਮਿਕ ਮਾਸ ਨਾਲ ਉਹਨਾਂ ਨੇ ਲਗਾਏ, ਰਾਈਟ, ਕਿ ਮੰਨ ਲਓ ਉਹਨਾਂ ਨੇ ਇੱਕ ਕਾਰਡ ਜਿਹੜਾ ਹੈ ਇੱਥੇ ਲਗਾਤਾ, ਦੂਜਾ ਕਾਰਡ ਜਿਹੜਾ ਦੀਵਾਰ 'ਤੇ ਇੱਥੇ ਲਗਾਤਾ, ਤੀਜਾ ਕਾਰਡ ਇੱਥੇ ਲਗਾਤਾ। ਸੋ ਇਸ ਤਰੀਕੇ ਨਾਲ ਉਹਨਾਂ ਨੇ ਜਿਹੜੇ ਹੈ ਕਾਰਡਸ ਲਗਾਉਣੇ ਸ਼ੁਰੂ ਕਰਤੇ। ਓਕੇ, ਪਹਿਲੇ ਤਾਂ ਉਹਨਾਂ ਨੇ ਜਿਹੜੇ ਹੈ ਸਾਰੇ ਅਟੋਮਿਕ ਮਾਸ ਦੇ ਅਕੋਰਡਿੰਗ ਲਗਾਏ। ਓਕੇ, ਫਿਰ ਉਹਨਾਂ ਨੇ ਕੀ ਕੀਤਾ, ਅਟੋਮਿਕ ਮਾਸ ਦੇ ਅਕੋਰਡਿੰਗ ਲਗਾਉਣ ਤੋਂ ਬਾਅਦ ਉਹਨਾਂ ਨੇ ਇੱਕ ਦੇ ਥੱਲੇ ਇੱਕ ਰੱਖਣੇ ਵੀ ਸਟਾਰਟ ਕਰਤੇ, ਜਿਨ੍ਹਾਂ ਦੀਆਂ ਖਾਸੀਅਤ ਮਿਲਦੀਆਂ ਸੀ ਉਹਨਾਂ ਨੂੰ ਇੱਕ ਦੇ ਥੱਲੇ ਇੱਕ ਰੱਖਣਾ ਵੀ ਸਟਾਰਟ ਕਰਤਾ। ਹੁਣ ਜਿਵੇਂ ਤੁਸੀਂ ਦੇਖੋਗੇ ਪਹਿਲੇ ਦੋ ਕਾਰਡ ਉਹਨਾਂ ਨੇ ਇੱਕ ਦੇ ਥੱਲੇ ਇੱਕ ਰੱਖਤੇ, ਇਹ ਵਾਲੇ ਦੋ ਕਾਰਡ ਇੱਕ ਦੇ ਥੱਲੇ ਇੱਕ ਰੱਖਤੇ। ਸੋ ਉਹਨਾਂ ਨੇ ਇੱਕ ਦੇ ਥੱਲੇ ਇੱਕ ਇਹਨਾਂ ਨੂੰ ਜਿਹੜਾ ਹੈ ਰੱਖਣਾ ਸਟਾਰਟ ਕਰਤਾ, ਜਿਹਦੇ ਨਾਲ ਕੀ ਹੈ ਉਹਨਾਂ ਨੂੰ ਅਟੋਮਿਕ ਮਾਸ ਦੇ ਨਾਲ ਨਾਲ ਗਰੁੱਪਸ ਮਿਲ ਗਏ ਕਿ ਕਿਹੜੇ ਗਰੁੱਪ ਦੀਆਂ ਪ੍ਰੋਪਰਟੀਜ਼ ਜਿਹੜੀਆਂ ਆਪਸ ਵਿੱਚ ਮਿਲਦੀਆਂ। ਓਕੇ, ਸੋ ਇਹਨੂੰ ਆਪਾਂ ਹਲਕਾ ਜਿਹਾ ਬਰੀਫ ਕਰਦੇ ਹਾਂ। ਫਿਰ ਪਹਿਲੇ ਇਸ ਨੂੰ ਆਪਾਂ ਜਿਹੜਾ ਇਸ 'ਤੇ ਐਡ ਕੀਤਾ ਹੈ ਇਸ ਨੂੰ ਆਪਾਂ ਰਿਮੂਵ ਕਰ ਲੈਂਦੇ ਹਾਂ। ਓਕੇ, ਸੋ ਇਹਦੇ ਵਿੱਚ ਉਹਨਾਂ ਨੇ ਆਪਾਂ ਇਹਨੂੰ ਫਰਦਰ ਪੜ੍ਹਦੇ ਹਾਂ। ਦ ਫਾਰਮੂਲੇ ਆਫ ਹਾਈਡਰਾਈਡਸ ਐਂਡ ਦ ਆਕਸਾਈਡਸ ਫਾਰਮਡ ਬਾਈ ਦ ਐਲੀਮੈਂਟਸ ਵਰ ਟ੍ਰੀਟਡ ਐਜ਼ ਵਨ ਆਫ ਦ ਬੇਸਿਕ ਪ੍ਰੋਪਰਟੀਜ਼ ਆਫ ਦ ਐਲੀਮੈਂਟਸ for its classification. He then took 63 cards and on each card he wrote down the properties of one element. He sorted out the elements with similar properties and pinned the cards together on the wall. He observed that most of the elements got a place in the periodic table and when arranged in order of increasing atomic masses. It was also observed that there occurs a periodic recurrence of elements with similar physical and chemical properties. On this basis, Mendeleev formulated a periodic law, which states that the properties of the elements are the periodic function of their atomic masses. So basically, ਉਹਨਾਂ ਨੇ ਕੀ ਕੀਤਾ, ਸਭ ਤੋਂ ਪਹਿਲੇ ਉਹਨਾਂ ਨੇ ਇੱਕ ਇੱਕ ਕਾਗਜ਼ ਦੇ ਟੁਕੜਿਆਂ 'ਤੇ ਅਲੱਗ-ਅਲੱਗ ਐਲੀਮੈਂਟਸ ਲਿਖੇ ਅਤੇ ਉਹਨਾਂ ਦੀਆਂ ਪ੍ਰੋਪਰਟੀਜ਼ ਲਿਖ ਲਈਆਂ। ਉਹਨਾਂ ਨੂੰ ਦੀਵਾਰ 'ਤੇ ਉਹਨਾਂ ਨੇ ਜਿਹੜਾ ਹੈ ਚਿਪਕਾਤਾ, ਪਿਨ ਕਰਤਾ ਟੈਂਪਰੇਰੀ। ਅਤੇ ਉਸ ਤੋਂ ਬਾਅਦ ਉਹਨਾਂ ਨੇ ਉਸ ਨੂੰ ਕਾਰਡ ਨੂੰ ਇੱਕ ਥਾਂ ਤੋਂ ਚੱਕ ਕੇ ਦੂਜੀ ਥਾਂ ਰੱਖਣਾ ਸਟਾਰਟ ਕਰਤਾ ਵੀ ਹਾਂ ਇਹਦੀ ਪ੍ਰੋਪਰਟੀ ਇਹਦੇ ਨਾਲ ਮਿਲਦੀ ਹੈ। ਤਾਂ ਇੱਕ ਦੇ ਥੱਲੇ ਇੱਕ ਜਿਹੜੀ ਜਿਨ੍ਹਾਂ ਦੀਆਂ ਆਪਸ ਵਿੱਚ ਪ੍ਰੋਪਰਟੀਜ਼ ਮਿਲਦੀਆਂ ਸੀ ਉਹਨਾਂ ਨੂੰ ਇੱਕ ਪਾਸੇ ਕਰਤਾ। ਸੋ ਇਵੇਂ ਗਰੁੱਪਸ ਬਣਾ ਦਿੱਤੇ। ਤਾਂ ਉਹਨਾਂ ਨੇ ਦੇਖਿਆ ਕਿ ਕਾਫੀ ਹੱਦ ਤੱਕ ਜਿਹੜੀ ਹੈ ਇਸ ਤਰੀਕੇ ਨਾਲ ਉਹਨਾਂ ਦੀ ਪੀਰੀਓਡਿਕ ਟੇਬਲ ਬਣਨੀ ਸਟਾਰਟ ਹੋ ਗਈ। ਓਕੇ, ਤਾਂ ਉਹਨਾਂ ਨੇ ਕੁਝ ਇਸ ਟਾਈਪ ਦੀ ਟੇਬਲ ਬਣਾਈ, ਹੁਣ ਜਿਹੜੇ ਵਰਟੀਕਲ ਸੀ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਗਰੁੱਪਸ ਹੈ। ਓਕੇ, ਜਿਵੇਂ ਇੱਕ ਗਰੁੱਪ ਹੈ, ਇਹਨੂੰ ਥੋੜ੍ਹਾ ਜਿਹਾ ਆਪਾਂ ਹੋਰ ਜਿਹੜਾ ਹੈ ਵੱਡਾ ਕਰਕੇ ਦੇਖਦੇ ਹਾਂ। ਓਕੇ, ਸੋ ਇਹ ਉਹਨਾਂ ਦੀ ਜਿਹੜੀ ਹੈ ਫੁੱਲ ਟੇਬਲ ਜਿਹੜੀ ਉਹਨਾਂ ਨੇ ਪਹਿਲੀ ਬਣਾਈ ਆਪਣੀ। ਓਕੇ, ਸੋ ਇਹ ਇੱਕ ਗਰੁੱਪ ਹੈ, ਰਾਈਟ, ਇਹ ਦੂਜਾ ਗਰੁੱਪ ਹੈ। ਇਵੇਂ ਕਰਦੇ ਕਰਦੇ ਜੇ ਤੁਸੀਂ ਦੇਖੋਗੇ ਤਾਂ ਇਹ 8ਵਾਂ ਗਰੁੱਪ ਹੈ। ਸੋ ਟੋਟਲ 8 ਗਰੁੱਪ ਉਹਨਾਂ ਨੇ ਬਣਾਏ। ਓਕੇ, ਤਾਂ ਇਹਨਾਂ ਨੂੰ ਉਹਨਾਂ ਨੇ ਨਾਮ ਦਿੱਤਾ ਗਰੁੱਪਸ। ਦੈਨ ਉਹਨਾਂ ਨੇ ਪੀਰੀਅਡਸ ਬਣਾਏ, ਪੀਰੀਅਡਸ
ये पहला ये जिहड़ा है उन्होंने डिनोशन डिनोट किया उपर, तो ये पहला पीरियड है। ओके, दैन ये दूजा पीरियड है। इवें करते करते उन्होंने कितने पीरियड बनाए, जिन्हें तुम देख पा रहे हो 6 पीरियड। ओके, सो उन्होंने 6 पीरियड बनाए तो 8 उन्होंने ग्रुप्स बनाते। सो उन्होंने वर्टिकल ਨੂੰ ग्रुप्स किया तो होरिजोनटल ਨੂੰ उन्होंने पीरियड्स किया। ਹੁਣ ਇਹ ਬਣਾਉਣ ਦਾ ਉਹਨਾਂ ਨੇ ਕਿਵੇਂ ਬਣਾਇਆ, ਉਹਨਾਂ ਨੂੰ ਕਿਵੇਂ ਪਤਾ ਵੀ ਕਿਹੜੀ ਚੀਜ਼ ਨੂੰ ਕਿੱਥੇ ਰੱਖਣਾ ਹੈ। ਉਹਨਾਂ ਨੇ ਕੀ ਕੀਤਾ, ਹਰ ਇੱਕ ਐਲੀਮੈਂਟ ਨੂੰ ਉਹਨਾਂ ਨੇ ਆਕਸੀਜਨ ਅਤੇ ਹਾਈਡਰੋਜਨ ਨਾਲ ਰਿਐਕਟ ਕਰਾ ਕੇ ਦੇਖਿਆ। ਜਿਵੇਂ ਤੁਸੀਂ ਇੱਥੇ ਦੇਖੋਗੇ ਆਕਸਾਈਡ ਐਂਡ ਹਾਈਡਰਾਈਡਸ। ਓਕੇ, ਸੋ ਇਹ ਪਹਿਲੇ ਹੈ ਆਕਸਾਈਡਸ, ਜਿਵੇਂ ਕਿ ਤੁਸੀਂ ਦੇਖੋਗੇ R2O, RO, R2O3, RO2, R2O5, RO3, R2O7, RO4। ਹੁਣ ਇਹਦਾ ਮਤਲਬ ਕੀ ਹੈ, R ਮਤਲਬ कोई भी एलीमेंट, जिमें आप पहले ग्रुप की एलीमेंट ले लेंगे हाँ, लेट्स से वी टेक एन एग्जांपल ऑफ लीथियम। तो इतने लीथियम जो है ऑक्सीजन मिल के की बनाएगा Li2O। ओके, जोड़ा उपर R2O वाला तुम ये देख रहे हो, इतने R की जगह पर तुम Li यानी लीथियम में पुट करो, तब की बन जाएगा Li2O। ओके, हुण इस तरीके जो तुम अगे देखोगे, आप एक एग्जाम्पल लेंगे मान लो फॉस्फोरस, तो यदा ऑक्साइड की बनेगा, जे तुम उपर ध्यान नाल देखोगे तो ये फॉर्मूला के लिखा है R2O5, यानी R की थां ते फॉस्फोरस पुट कर दो P2O5। तो R मतलब कोई भी एलीमेंट हो सकती है, उन्होंने जस्ट एक रैंडम वो नाम ले लिया भी R की जगह पर कोई भी तुम कर सकते हो। सो उन्होंने बेसिकली की किया कि जेडे R2O बना रहे हैं वो सारे एक ग्रुप रख ले, जेडे RO बना रहे हैं सारे एक ग्रुप रख ले, जेडे R2O3 बना रहे हैं वो सारे एक ग्रुप रख ले, ਜਿਹੜੇ R2O7 बना रहे हैं वो सारे एक ग्रुप रख ले। सो इस तरीके नाल उन्होंने ऑक्सीजन नाल रिएक्ट करने के बेसिस पे सारे एलीमेंट्स में ग्रुप रख लिया। फिर उन्होंने की किया हाइड्रोजन नाल, उन्होंने यही चीज़ जी है जिमें ऑक्सीजन नाल की, वही चीज़ उन्होंने ऑक्सीजन नाल करने की कोशिश की। सॉरी, जिमें ऑक्सीजन नाल करने की कोशिश की, वही चीज़ उन्होंने हाइड्रोजन नाल। हुण तुसीं देखोगे हाइड्राइड्स, पहला है RH, दूजा है RH2, RH3, RH4, RH3, RH2, RH। हुण इहदे विच जिहड़ा है, जे तुसीं देखोगे पहला भी RH है तो आखिरी भी RH है, राइट। तो ये दोनों सेम हो गए, पर दोनों का उन्होंने कॉम्बीनेशन देखा। उन्होंने कॉम्बीनेशन की देखा दोनों का कि R2O तो RH कौन कौन बना रहा है, दोनों चीज़ां इकट्ठियाँ, प्लस R2O7 तो RH कौन कौन बना रहा है, दोनों चीज़ां इकट्ठियाँ। तो ऑक्सीजन तो हाइड्रोजन नाल रिएक्ट करके दोनों चीज़ां कदों बन रही, उन्होंने सब एक ग्रुप रख लिया। ऑक्सीजन तो हाइड्रोजन नाल कंबाइन दोनों नाल रिएक्शन करके किवें बन रही चीज़ां इस तरीके दियाँ, तो उन्होंने एक ग्रुप रख लिया, राइट। सो बेसिकली उन्होंने हुण आप सिंपल करते हैं, इन्हूं बहुत ज़्यादा डिटेल में अगे जाने की लोड़ नहीं है। सो लेट्स कीप इट वेरी सिंपल। उन्होंने की किया कि उन्होंने सब तो पहले तो किया कि जिहड़ा है एटॉमिक मास के तौर पर, हुण जे तुसीं ध्यान नाल देखोगे इत्थे तो एटॉमिक मास देखो वधदा होया है, हाइड्रोजन का कितना है, नीयरली 1 1 के बराबर है, ठीक है। उस तो अगे तुसीं देखोगे फिर वध रहा है, लीथियम का 6, बेरिलियम का 9, अप्रोक्सीमेट लै रहे हैं आप, पॉइंट्स चढ़ रहे हैं अजे, बोरोन का 10, ये वधदे क्रम के है, असेंडिंग ऑर्डर के है, ठीक है। जो अगे तुसीं देखोगे सोडियम तो अगेन वधदे क्रम के हैं सारे। सो सब तो पहले इन्होंने इक्को लाइन के हाइड्रोजन लिख लिया, फिर लीथियम लिख लिया, फिर बेरिलियम लिख लिया, फिर बोरोन लिख लिया, फिर कार्बन, नाइट्रोजन, ऑक्सीजन, फ्लोरीन, ये सिग्नल इक्को लाइन च लिख ले। फिर उन्होंने लीथियम को चक्या, तो लीथियम को चक के उन्होंने हाइड्रोजन के थले पाता। उन्होंने लग्या कि हाइड्रोजन तो लीथियम, ऑक्सीजन तो हाइड्रोजन जिहड़े हैं आपस में रिएक्शन उन्होंने इस तरीके का है कि अपन एक ग्रुप में रख सकते हैं, ओके। सो उन्होंने उन्होंने प्रॉपर्टीज़ आधार पर उन्होंने इक्को ग्रुप के रखना प्रैफर किया, राइट। दैन हुण सब तो वड्डी एक इंपॉर्टेंट जी इन्होंने अचीवमेंट सी, इन्होंने देखो सब तो पहले एटॉमिक मास के बेसिस पे उन्होंने सैपरेट किया, दैन उन्होंने कैमिकल प्रॉपर्टीज़ से फिजिकल प्रॉपर्टी के बेसिस पे, प्लस उन्होंने एक चीज़ बड़ी वधिया की, उन्होंने कहा कि फिलहाल तो 63 जिहड़ियां एलीमेंट्स एग्जिस्ट करती हैं, 63 एलीमेंट्स फिलहाल तो जिहड़ियां हैं लभियां जा चुकियां हैं, पर भविख दे विच फ्यूचर दे विच होर भी एलीमेंट्स लभियां जा सकदियां, राइट। तो उन्होंने एक फ्यूचर में प्रिडिक्ट करने की कोशिश की, तो उन्होंने उन्होंने थां खाली छड्डती। सो ये देखो सोच कितनी अगे तक सी उन्होंने कि उन्होंने वो थावां खाली छड्डतियां भी इत्थे एक नवा एलीमेंट आ सकता है। फॉर एग्जाम्पल जो आप लैंदे आ, ये जो तुसीं एलीमेंट देखोगे स्कैंडियम तो गैलीयम, ये दोनों एलीमेंट बाद चों लभे गए, उन्होंने खाली छड्डते। उन्होंने इहदी थां ते लिखता EKA मतलब एक, संस्कृत दे विच हुंदा एक, उन्होंने इत्थे एक लिखता भी इत्थे कोई ना कोई होर जिहड़ी है एलीमेंट लभी जाएगी। नाल ही तुसीं देखोगे जर्मेनियम, ये भी बाद चों लभ्या गया। सो काफ़ी सारे इहो जिहे एलीमेंट हैं जिहड़े कि बाद चों लभे गए, पर उन्हों की पीरियोडिक टेबल दे विच एग्जैक्टली फिट हो गए। क्यों? उन्होंने जगह छड्डी हुई सी उस जगह की। हुण तुसीं इमेजिन करो, तुसीं घर दे विच एक थां ते बिस्किट लिया के रखने हैं, ओके, तुसीं
ਇੱਕ ਪੈਕੇਟ ਗੁੱਡ ਡੇ ਦਾ ਲਿਆ ਕੇ ਰੱਖਤਾ, ਇੱਕ ਪੈਕੇਟ ਤੁਸੀਂ ਪਾਰਲੇ ਜੀ ਦਾ ਲਿਆ ਕੇ ਰੱਖਤਾ, ਇੱਕ ਤੁਸੀਂ ਹਾਈਡ ਐਂਡ ਸੀਕ ਦਾ ਲਿਆ ਕੇ ਰੱਖਤਾ। ਉਹ ਸਾਰੇ ਇੱਕੋ ਜਗ੍ਹਾ 'ਤੇ ਰੱਖੇ ਆ, ਸਾਰੇ ਬਿਸਕਿਟ ਦੇ ਟਾਈਪਸ ਹੈ, ਇੱਕੋ ਜਗ੍ਹਾ 'ਤੇ ਰੱਖੇ ਆ। ਪਰ ਨਾਲ ਹੀ ਤੁਸੀਂ ਥੋੜ੍ਹੀ ਜਿਹੀ ਥਾਂ ਹੋਰ ਖਾਲੀ ਛੱਡਤੀ ਵੀ ਕਦੀ ਜੇ ਆਪਾਂ ਮੋਨੈਕੋ ਲਿਆਵਾਂਗੇ ਤਾਂ ਮੋਨੈਕੋ ਵੀ ਜਿਹੜਾ ਇੱਥੇ ਜਿਹੜਾ ਹੈ ਰੱਖਾਂਗੇ, ਜਾਂ ਕਦੀ ਕੋਈ ਨਵਾਂ ਬ੍ਰਾਂਡ ਆਏਗਾ ਬਿਸਕਿਟ ਦਾ ਤਾਂ ਉਹਦਾ ਵੀ ਪੈਕੇਟ ਆਪਾਂ ਲਿਆ ਕੇ ਇੱਥੇ ਰੱਖਾਂਗੇ। ਤਾਂ ਇਸੇ ਤਰੀਕੇ ਨਾਲ ਉਹਨਾਂ ਨੇ ਕੈਟਾਗਰੀ ਵਾਈਜ਼ ਜਗ੍ਹਾ ਛੱਡਤੀ ਵੀ ਕੋਈ ਵੀ ਨਵੀਂ ਆਈਟਮ ਆਏਗੀ ਇਸ ਕੈਟਾਗਰੀ ਦੀ ਤਾਂ ਉਹਨੂੰ ਆਪਾਂ ਇਸੇ ਜਗ੍ਹਾ 'ਤੇ ਰੱਖ ਦਾਂਗੇ। ਓਕੇ, ਸੋ ਜਿਹੜਾ ਹੈ ਆਪਾਂ ਫਰਦਰ ਮੂਵ ਕਰਦੇ ਹਾਂ। ਨੈਕਸਟ ਆ ਜਾਂਦਾ ਹੈ ਅਚੀਵਮੈਂਟਸ ਆਫ ਮੈਂਡਲੀਵ ਪੀਰੀਓਡਿਕ ਟੇਬਲ। While developing the periodic table, there was a few instances where Mendeleev had to place an element with a slightly greater atomic mass before an element with a slightly lower atomic mass. ਹੁਣ ਸਿਰਫ ਉਹਨਾਂ ਨੇ ਵੈਸੇ ਤਾਂ ਵੱਧਦੇ ਕ੍ਰਮ ਦੇ ਵਿੱਚ ਸਭ ਤੋਂ ਪਹਿਲੇ ਉਹਨਾਂ ਨੇ ਅਟੋਮਿਕ ਮਾਸ ਦੇ ਅਕੋਰਡਿੰਗ ਰੱਖੇ, ਪਰ ਜਦੋਂ ਉਹਨਾਂ ਨੇ ਉਹਨਾਂ ਦੀ ਪ੍ਰੋਪਰਟੀਜ਼ ਦੇ ਤੌਰ 'ਤੇ ਗਰੁੱਪਿੰਗ ਕੀਤੀ ਤਾਂ ਉਹਨਾਂ ਨੇ ਦੇਖਿਆ ਕਿ ਮਾੜਾ ਮੋਟਾ ਥੋੜ੍ਹਾ ਬਹੁਤ ਅਟੋਮਿਕ ਮਾਸ ਦੇ ਤੌਰ 'ਤੇ ਇੱਧਰ ਉੱਧਰ ਵੀ ਹੋ ਜਾਂਦਾ, ਕਿ ਜਿਹਦਾ ਅਟੋਮਿਕ ਮਾਸ ਘੱਟ ਹੈ ਉਹ ਬਾਅਦ 'ਚੋਂ ਆ ਰਿਹਾ ਹੈ, ਜਿਹਦਾ ਵੱਧ ਹੈ ਉਹ ਪਹਿਲੇ ਆ ਰਿਹਾ ਹੈ। ਥੋੜ੍ਹਾ ਬਹੁਤ ਉਹਨਾਂ ਨੇ ਚੇਂਜਸ ਜਿਹੜੇ ਹੈ ਅਡੋਪਟ ਕਰਨ ਦੀ ਕੋਸ਼ਿਸ਼ ਕੀਤੀ। ਓਕੇ, ਹੁਣ ਜੇ ਤੁਸੀਂ ਦੇਖੋਗੇ ਤਾਂ ਕੋਬਾਲਟ ਅਪੀਅਰਡ ਬਿਫੋਰ ਨਿਕਲ। ਕੋਬਾਲਟ ਜਿਹੜਾ ਹੈ ਨਿਕਲ ਤੋਂ ਜਿਹੜਾ ਹੈ ਪਹਿਲੇ ਆ ਰਿਹਾ ਹੈ, ਕੋਬਾਲਟ ਨਿਕਲ ਤੋਂ ਪਹਿਲੇ ਆ ਰਿਹਾ ਹੈ। ਓਕੇ, ਪਰ ਕੋਬਾਲਟ ਦਾ ਜਿਹੜਾ ਹੈ ਅਟੋਮਿਕ ਮਾਸ ਨਿਕਲ ਨਾਲੋਂ ਜ਼ਿਆਦਾ ਹੈ। ਓਕੇ, ਸੋ ਇਸ ਟਾਈਪ ਦੀਆਂ ਕੁਝ ਚੀਜ਼ਾਂ ਉਹਨਾਂ ਨੇ ਪਹਿਲੇ ਹੀ ਪ੍ਰਿਡਿਕਟ ਕਰ ਲਈਆਂ ਅਤੇ ਉਸ ਅਕੋਰਡਿੰਗ ਉਹਨਾਂ ਨੇ ਰੱਖਣ ਦੀ ਕੋਸ਼ਿਸ਼ ਕੀਤੀ। ਹੁਣ ਇਹਨੂੰ ਤੁਸੀਂ ਫਰਦਰ ਜਿਹੜਾ ਹੈ ਹੋਰ ਸਟੱਡੀ ਕਰ ਸਕਦੇ ਹੋ ਡਿਟੇਲ ਦੇ ਵਿੱਚ। ਸੋ ਆਪਾਂ ਜਿਹੜਾ ਹੈ ਫਿਲਹਾਲ ਅੱਜ ਦੇ ਲੈਕਚਰ ਦੇ ਵਿੱਚ ਆਪਾਂ ਇੱਥੇ ਤੱਕ ਪੜ੍ਹਦੇ ਹਾਂ ਕਿ ਮੈਂਡਲੀਵ ਨੇ ਕਿਸ ਤਰੀਕੇ ਨਾਲ ਕੋਸ਼ਿਸ਼ ਕੀਤੀ ਆਪਣਾ ਜਿਹੜਾ ਹੈ ਇੱਕ ਪੀਰੀਓਡਿਕ ਟੇਬਲ ਬਣਾਉਣ ਦੀ, ਕੀ ਉਹਨਾਂ ਨੇ ਜਿਹੜਾ ਹੈ ਉਹਨਾਂ ਦੇ ਮਾਈਂਡ ਦੇ ਵਿੱਚ ਸੀ। ਤਾਂ ਬੇਸਿਕਲੀ ਉਹਨਾਂ ਨੇ 3 ਚੀਜ਼ਾਂ ਜਿਹੜੀਆਂ ਹੈ ਅਡੋਪਟ ਕਰਨ ਦੀ ਕੋਸ਼ਿਸ਼ ਕੀਤੀ। ਪਹਿਲੀ ਚੀਜ਼ ਅਟੋਮਿਕ ਮਾਸ ਦੇ ਅਕੋਰਡਿੰਗ ਸੀਰੀਅਲ ਵਾਈਜ਼ ਕੀਤਾ, ਦੈਨ ਉਹਨਾਂ ਨੇ ਜਿਹੜਾ ਹੈ ਉਹਨਾਂ ਦੀਆਂ ਫਿਜ਼ੀਕਲ ਪ੍ਰੋਪਰਟੀਜ਼ ਅਤੇ ਕੈਮੀਕਲ ਪ੍ਰੋਪਰਟੀਜ਼ ਦੇਖੀਆਂ। ਕੈਮੀਕਲ ਪ੍ਰੋਪਰਟੀਜ਼ ਦੇ ਵਿੱਚ ਵੀ ਉਹਨਾਂ ਨੇ ਖਾਸ ਕਰ ਦੇਖਿਆ ਕਿ ਆਕਸੀਜਨ ਅਤੇ ਹਾਈਡਰੋਜਨ ਨਾਲ ਰਿਐਕਟ ਕਰਕੇ ਐਲੀਮੈਂਟਸ ਕੀ ਬਣਾਉਂਦੀਆਂ, ਉਹਦੇ ਬੇਸਿਸ 'ਤੇ ਉਹਨਾਂ ਨੇ ਗਰੁੱਪ ਬਣਾ ਲਏ, ਰਾਈਟ। ਪਲੱਸ ਸਭ ਤੋਂ ਇੰਪੋਰਟੈਂਟ ਚੀਜ਼ ਉਹਨਾਂ ਨੇ ਫਿਊਚਰ ਪ੍ਰੈਡਿਕਟ ਕੀਤਾ ਕਿ ਭਵਿੱਖ ਦੇ ਵਿੱਚ ਹੋਰ ਇਹੋ ਜਿਹੀਆਂ ਐਲੀਮੈਂਟਸ ਆ ਸਕਦੀਆਂ ਹੈ ਅਤੇ ਉਹਨਾਂ ਲਈ ਉਹਨਾਂ ਨੇ ਜਗ੍ਹਾ ਛੱਡਤੀ। ਠੀਕ ਹੈ, ਤੁਸੀਂ ਇਸ ਨੂੰ ਜਿਹੜਾ ਹੈ ਹੁਣ ਚੰਗੀ ਤਰ੍ਹਾਂ ਇਸ ਜਗ੍ਹਾ ਤੱਕ ਪੜ੍ਹੋ ਐਂਡ ਪਿਛਲੇ ਜਿਹੜੇ ਕੱਲ੍ਹ ਦੇ ਆਪਣੇ ਕੁਐਸਚਨ ਸੀ ਉਹਨਾਂ ਨੂੰ ਵੀ ਜਿਹੜਾ ਹੈ ਦੁਬਾਰਾ ਇੱਕ ਵਾਰ ਟਰਾਈ ਕਰੋ ਸੋਲਵ ਕਰਨ ਦਾ। ਹੁਣ ਤੁਹਾਨੂੰ ਉਸ 'ਤੇ ਬੈਟਰ ਜਿਹੜਾ ਹੈ ਕਲੈਰੀਫਿਕੇਸ਼ਨ ਮਿਲੇਗੀ ਅਤੇ ਇਸ ਜਿਹੜਾ ਹੈ ਪੇਜ ਤੋਂ ਆਪਾਂ ਜਿਹੜਾ ਹੈ ਕੱਲ੍ਹ ਨੈਕਸਟ ਲੈਕਚਰ ਦੇ ਵਿੱਚ ਕਵਰ ਕਰਾਂਗੇ। ਨੈਕਸਟ ਲੈਕਚਰ ਦੇ ਵਿੱਚ ਆਪਾਂ ਇੱਥੋਂ ਲੈ ਕੇ ਮਾਡਰਨ ਪੀਰੀਓਡਿਕ ਟੇਬਲ ਤੱਕ ਜਿਹੜਾ ਹੈ ਪਹੁੰਚਾਂਗੇ। ਆਈ ਹੋਪ ਤੁਹਾਨੂੰ ਸਮਝਣ ਵਿੱਚ ਜਿਹੜਾ ਹੈ ਕੋਈ ਜ਼ਿਆਦਾ ਮੁਸ਼ਕਿਲ ਨਹੀਂ ਆਏਗੀ। ਸੋ ਬਹੁਤ ਈਜ਼ੀ ਤਰੀਕੇ ਨਾਲ ਆਪਾਂ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਵਿਸ਼ ਯੂ ਆਲ ਦਾ ਬੈਸਟ। ਥੈਂਕ ਯੂ।